ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਉੱਤਰਦੇਵ ਮਹਾਂਪੁਰਖਾਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਆ ਉਹ ਵਰਤਮਾਨ ਭੂਤ ਤੇ ਭਵਿੱਖ ਸਭ ਦੀ ਜਾਣਕਾਰੀ ਰੱਖਦੇ ਆ। ਇਸੇ ਤਰ੍ਹਾਂ ਜਦੋਂ 1971 ਦੇ ਵਿੱਚ ਜੰਗ ਲੱਗਣ ਲੱਗਾ ਸੀਗਾ ਅਤੇ 1971 ਭਾਰਤ ਪਾਕਿਸਤਾਨ ਦੀ ਜੰਗ ਤੋਂ ਪਹਿਲਾਂ ਮਹਾਂਪੁਰਖਾਂ ਨੇ ਇੱਕ ਵਾਰ ਸਾਰੀ ਸੰਗਤ ਨੂੰ ਆਪਣੇ ਪਾਸ ਬੁਲਾਇਆ ਅਤੇ ਆਖਿਆ ਕਹਿੰਦੇ ਵੀ ਇਸ ਇਲਾਕੇ ਵਿੱਚ ਜਿੰਨੇ ਵੀ ਜਿਹੜੇ ਦਰੱਖਤ ਆ ਉਹਨਾਂ ਦੀ ਕਟਾਈ ਕਰਨੀ ਆ। ਦੇਖੋ, ਮਹਾਂਪੁਰਖਾਂ ਦਾ ਹੁਕਮ ਸੁਣ ਕੇ ਸਾਰੀ ਸੰਗਤਾਂ ਨੇ ਸਮੇਂ ਦੇ ਵਿੱਚ ਜਦ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਟਾਈਮ ਜਦੋਂ ਜਿਹੜੀਆਂ ਪ੍ਰੇਮੀ ਸੀਗੇ ਜਾਂ ਦਰੱਖਤਾਂ 'ਤੇ ਚੜ੍ਹਦੇ ਸੀਗੇ ਅਤੇ ਜਦ ਡਾਹਣਾ ਵੱਢਦੇ ਸੀ, ਜਦੋਂ ਡਾਹਣਾ ਜਿਹੜਾ ਸੀ ਥੱਲੇ ਡਿੱਗਦਾ ਸੀਗਾ ਅਤੇ ਉਹਦੀ ਆਵਾਜ਼ ਨੂੰ ਸੁਣ ਕੇ ਮਹਾਂਪੁਰਖ ਕਹਿੰਦੇ ਸੀਗੇ, ਕਹਿੰਦੇ ਭਾਈ ਆਹ ਤਾਂ ਜਿਹੜਾ ਡਾਹਣਾ ਥੱਲੇ ਡਿੱਗਿਆ ਇਹ ਤਾਂ ਜਹਾਜ਼ਾਂ ਵਾਂਗੂ ਗੂੰਜ ਪਾਉਂਦਾ ਥੱਲੇ ਆਇਆ ਹੈ। ਉਸ ਤੋਂ ਬਾਅਦ ਜਦੋਂ ਟਾਹਣੇ ਟੁੱਟਣਾ ਦੀ ਆਵਾਜ਼ ਆਉਣੀ ਅਤੇ ਮਹਾਂਪੁਰਖਾਂ ਨੇ ਜ਼ੋਰ ਨਾਲ ਕਹਿਣਾ ਲੈ ਬਈ ਆਹ ਤਾਂ ਜਿਹੜਾ ਟਾਹਣਾ ਹੈਗਾ ਤੋਪ ਦੇ ਗੋਲੇ ਵਾਂਗੂ ਚੱਲਿਆ। ਫਿਰ ਮਹਾਂਪੁਰਖਾਂ ਨੇ ਜਦੋਂ ਕੁਹਾੜੀਆਂ ਦੀ ਜਿਹੜੀ ਟਕ ਟਕ ਦੀ ਆਵਾਜ਼ ਆਉਣੀ ਅਤੇ ਸਾਰੀ ਸੰਗਤ ਦੇ ਵਿੱਚ ਇਹ ਕਹਿਣਾ ਦੇਖੋ ਇਹ ਤਾਂ ਆਵਾਜ਼ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਗੋਲੀ ਚੱਲਦੀ ਹੋਵੇ। ਸੋ ਜਦੋਂ ਸੰਗਤਾਂ ਜਿਹੜੇ ਟਾਹਣੇ ਕੱਟੇ ਹੋਏ ਧੂ ਕੇ ਇੱਕ ਪਾਸੇ ਤੋਂ ਦੂਸਰੇ ਪਾਸੇ ਲੈ ਕੇ ਜਾਂਦੀਆਂ ਸੀਗੀਆਂ ਅਤੇ ਫਿਰ ਮਹਾਂਪੁਰਖਾਂ ਨੇ ਕਹਿਣਾ ਵੀ ਗੁਰੂ ਦੀਆਂ ਜਿਹੜੀਆਂ ਲਾਡਲੀਆਂ ਫੌਜਾਂ ਕਿਵੇਂ ਮੋਰਚੇ ਜਿੱਤਦੀਆਂ ਫਿਰਦੀਆਂ। ਜਦ ਮਹਾਂਪੁਰਖਾਂ ਨੇ ਇਹ ਜਿਹੜੇ ਨਰਾਲੇ ਜਿਹੇ ਬਚਨ ਉਸ ਟਾਈਮ ਸੇਵਾ ਦੇ ਵਿੱਚ ਬੋਲਣੇ, ਫਿਰ ਸੰਗਤ ਨੇ ਆਪਸ ਵਿੱਚ ਵਿਚਾਰ ਕਰਨੀ ਕਿ ਮਹਾਂਪੁਰਖ ਕਿਸ ਤਰ੍ਹਾਂ ਕਿਉਂ ਕਹਿੰਦੇ ਆ। ਫਿਰ ਪਤਾ ਲੱਗਦਾ ਕੋਈ ਸਮੇਂ ਦੇ ਹਾਲਾਤ ਐਸੇ ਆ ਕਿ ਇਸ ਸਮੇਂ ਦੇ ਹਾਲਾਤਾਂ ਤੋਂ ਬਚਾਉਣ ਵਾਸਤੇ ਮਹਾਂਪੁਰਖਾਂ ਨੇ ਇਹ ਜਿਹੜੀ ਸੇਵਾ ਹੈਗੀ ਹੈ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਉਸ ਤੋਂ ਬਾਅਦ ਵਾਕਿਆ ਜਦ 71 ਦੀ ਫਿਰ ਜੰਗ ਲੱਗੀ ਸੀ ਅਤੇ ਨਾਲ ਹੀ ਫਿਰ ਜਿਹੜਾ ਸੀਗਾ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਮਹਾਂਪੁਰਖ ਜੋ ਕਹਿੰਦੇ ਸੀਗੇ ਵਾਕਿਆ ਉਸੇ ਤਰ੍ਹਾਂ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈ। ਅਤੇ ਜਦੋਂ 71 ਦੀ ਜੰਗ ਸਿਖਰਾਂ 'ਤੇ ਚੜ੍ਹ ਗਈ ਅਤੇ ਉਸ ਟਾਈਮ ਭਾਈ ਦਲੀਪ ਸਿੰਘ ਬੱਕਰੀਆਂ ਵਾਲੇ ਇੱਕ ਹੋਏ ਆ, ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਬਾਬਾ ਜੀ ਦੇ ਦਰਸ਼ਨ ਕਰਨ ਆਏ ਅਤੇ ਬਾਬਾ ਜੀ ਦੇ ਉਸ ਟਾਈਮ ਭਾਈ ਦਲੀਪ ਸਿੰਘ ਉਹਨਾਂ ਨੂੰ ਜਿਹੜਾ ਜਿੰਨੇ ਵੀ ਰੁਪਈਏ ਸੀਗੇ ਜਿਹਨਾਂ ਦੀ ਗਿਣਤੀ 2721 ਸੀਗੀ ਅਤੇ ਉਹ ਦਲੀਪ ਸਿੰਘ ਦੇ ਕੱਪੜੇ ਦੇ ਨਾਲ ਬੰਨ੍ਹ ਕੇ ਲੱਕ ਨਾਲ ਬੰਨ੍ਹ ਦਿੱਤੇ ਅਤੇ ਨਾਲੇ ਫਿਰ ਦਲੀਪ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਭਾਈ ਵੀ ਇਹਨਾਂ ਪੈਸਿਆਂ ਦੇ ਨਾਲ ਤੈਂ ਰੋਜ਼ 5 ਕੜਾਹੇ ਖੀਰ ਦੇ ਰੋਜ਼ ਕੱਢਣੇ ਆ ਅਤੇ ਇਸ ਤੋਂ ਬਾਅਦ ਬਾਕੀ ਜਿੰਨੀ ਸੰਗਤ ਹੈਗੀ ਜਿਹੜੀ ਕੋਈ ਸੇਵਾ ਦਿੰਦਾ ਹੈਗਾ ਉਹ ਤੈਂ ਨਾਲ ਇਕੱਠੀ ਕਰ ਲੈਣੀ ਹੈ। ਇਹ ਕਹਿ ਕੇ ਦਲੀਪ ਸਿੰਘ ਨੂੰ ਭੇਜ ਦਿੱਤਾ। ਦੇਖੋ, ਜਦੋਂ ਦਲੀਪ ਸਿੰਘ ਨੇ ਜਾ ਕੇ ਸੰਗਤਾਂ ਨੂੰ ਦੱਸਿਆ ਕਿ ਮਹਾਂਪੁਰਖਾਂ ਨੇ ਭੰਡਾਰਾ ਕਰਨਾ ਅਤੇ ਕਈਆਂ ਪ੍ਰੇਮੀਆਂ ਨੇ ਜਿਹੜੇ ਸੀ ਉਹਨਾਂ ਟਾਈਮਾਂ 'ਚ 100 ਰੁਪਈਆ ਦਿੱਤਾ, ਕਈਆਂ ਨੇ 200 ਰੁਪਈਏ ਸੇਵਾ ਦੇ ਵਿੱਚ ਦਿੱਤੇ। ਇਸ ਤਰ੍ਹਾਂ ਜਦ ਸੇਵਾ ਦੇ ਵਿੱਚ ਸਾਰੇ ਪੈਸੇ ਜਿਹੜੇ ਸੀ ਇਕੱਠੇ ਹੋਏ ਕਾਫੀ, ਤਾਂ ਉਸ ਟਾਈਮ ਫਿਰ ਭਾਈ ਦਲੀਪ ਸਿੰਘ ਨੇ ਸੰਗਤ ਨਾਲ ਵਿਚਾਰ ਕੀਤੀ ਕਿ ਮਹਾਂਪੁਰਖਾਂ ਤੋਂ ਦਿਨ ਪੁੱਛੀਏ ਵੀ ਕਿਹੜੇ ਦਿਨ ਭੰਡਾਰਾ ਰੱਖਣਾ। ਫਿਰ ਜਦੋਂ ਮਹਾਂਪੁਰਖਾਂ ਦੇ ਪਾਸ ਬਾਬਾ ਉੱਤਰਦੇਵ ਜੀ ਦੇ ਪਾਸ ਸਾਰੇ ਇਕੱਠੇ ਹੋ ਕੇ ਸੰਗਤ ਹੋਰ ਵੀ ਗਈ ਅਤੇ ਫਿਰ ਬਾਬਾ ਜੀ ਨੇ ਉਸ ਟਾਈਮ ਗੁਣੀਆਂ ਕੱਢਿਆ ਅਤੇ ਉਹ ਜਿਹੜਾ ਗੁਣੀਆਂ ਸੀਗਾ ਉਹ 5 ਪੋਹ ਦਾ ਆਇਆ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ 5 ਪੋਹ ਨੂੰ ਜਿਹੜਾ ਪਹਿਲਾ ਭੰਡਾਰਾ ਖੀਰ ਦਾ ਉਹ ਸ਼ੁਰੂ ਕਰ ਦੇਣਾ, ਰਾਤ ਨੂੰ 12 ਵਜੇ ਤੋਂ ਬਾਅਦ ਹਲਵਾਈ ਲਾ ਕੇ ਅਤੇ ਇਹ ਭੰਡਾਰਾ ਚਾਲੂ ਕਰ ਦੇਣਾ ਹੈਗਾ। ਜਦ ਮਹਾਂਪੁਰਖਾਂ ਦੇ ਜਿਹੜੇ ਸੀ ਇਹ ਬਚਨ ਕਰਕੇ ਉੱਥੋਂ ਚਲੇ ਗਏ ਅਤੇ ਫਿਰ ਸਾਰੀ ਸੰਗਤ ਨੇ ਵਿਚਾਰ ਕੀਤੀ ਵੀ ਜੰਗ ਜ਼ੋਰਾਂ ਦੇ ਉੱਤੇ ਆ ਅਤੇ ਸਰਕਾਰ ਵੱਲੋਂ ਜਿੰਨੇ ਵੀ ਦੀਵੇ ਬੱਤੀ ਜਾਂ ਬਿਜਲੀ ਆ ਉਹ ਸਾਰੀ ਜਿਹੜੀ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਆ। ਹੁਣ ਮਹਾਂਪੁਰਖਾਂ ਨੇ ਸਾਨੂੰ ਭੰਡਾਰੇ ਨਾਲ ਕਹਿ ਦਿੱਤਾ ਹੈਗਾ ਅਤੇ ਬਿਨਾਂ ਬਿਜਲੀ ਤੋਂ ਬਿਨਾਂ ਦੀਵੇ ਬੱਤੀ ਤੋਂ ਇਹ ਸਾਰੀਆਂ ਭੱਠੀਆਂ ਕਿਵੇਂ ਚੱਲਣਗੀਆਂ। ਫਿਰ ਸਾਰੀ ਸੰਗਤ ਨੇ ਵਿਚਾਰ ਕਰਕੇ ਮਹਾਂਪੁਰਖਾਂ ਦੇ ਪਾਸ ਫਿਰ ਪਹੁੰਚੀ। ਜਦ ਪਹੁੰਚੀ ਤਾਂ ਫਿਰ ਸਾਰੀ ਸੰਗਤ ਨੇ ਮਹਾਂਪੁਰਖਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਪੂਰੀ ਜਿਹੜੀ ਬਲੈਕ ਆਊਟ ਹੋਈ ਉਹ ਆ ਰਾਤ ਦੀ, ਅਤੇ ਫਿਰ ਇਸ ਤਰ੍ਹਾਂ ਭੱਠੀਆਂ ਕਿਵੇਂ ਚਲਾਵਾਂਗੇ। ਅਤੇ ਫਿਰ ਬਾਬਾ ਜੀ ਨੇ ਸੰਗਤ ਨੂੰ ਕਿਹਾ ਸੀ, ਕਹਿੰਦੇ ਭਾਈ ਇਹ ਜੋ ਨਿਰੰਕਾਰ ਦਾ ਆਦੇਸ਼ ਹੈ ਤੁਹਾਨੂੰ ਇਹ ਦੱਸ ਦਿੱਤਾ ਹੈਗਾ, ਤੁਸੀਂ ਇੱਥੇ ਪਹਿਰਾ ਦੇਣਾ ਹੈਗਾ ਅਤੇ ਭੰਡਾਰਾ ਜਿਹੜਾ 5 ਪੋਹ ਰਾਤ ਨੂੰ ਜਿਹੜਾ 12 ਵਜੇ ਤੋਂ ਬਾਅਦ ਸ਼ੁਰੂ ਕਰਨਾ ਹੈਗਾ। ਇਹ ਜਦ ਮਹਾਂਪੁਰਖਾਂ ਨੇ ਦੱਸਿਆ ਸੀ ਸੰਗਤ ਚੁੱਪ ਕਰ ਗਈ। ਪਰ ਉਹੀ ਗੱਲ ਹੋਈ, ਜਦ 3 ਪੋਹ ਆਇਆ 3 ਪੋਹ ਦੀ ਜਿਹੜੀ ਰਾਤ ਨੂੰ ਉਸ ਟਾਈਮ ਫਿਰ ਜੰਗ ਬੰਦ ਹੋ ਗਈ। ਜਦ ਜੰਗ ਬੰਦ ਹੋਣ ਦਾ ਐਲਾਨ ਹੋਇਆ ਅਤੇ ਉਸ ਤੋਂ ਬਾਅਦ ਫਿਰ ਸਰਕਾਰ ਨੇ ਜਿਹੜੇ ਦੀਵੇ ਬੱਤੀ ਦੇ ਸਾਰੀਆਂ ਬਲੈਕ ਆਊਟਾਂ ਸੀ ਇਹ ਖੋਲ੍ਹ ਦਿੱਤੀਆਂ ਅਤੇ ਉਸ ਤੋਂ ਬਾਅਦ ਫਿਰ 5 ਪੋਹ ਦੀ ਰਾਤ ਨੂੰ ਸਾਰੀ ਸੰਗਤ ਨੇ ਜਿਹੜੇ ਭੰਡਾਰੇ ਦੀਆਂ ਭੱਠੀਆਂ ਜਿਹੜੀਆਂ ਸੀਗੀਆਂ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦ ਚਲਾਈਆਂ ਅਤੇ ਫਿਰ ਮਹਾਂਪੁਰਖਾਂ ਨੇ ਕਿਹਾ ਵੀ 1 ਕੜਾਹਾ ਲੈਣਾ, 1 ਕੜਾਹੇ ਦੇ ਵਿੱਚ 5 ਕਿਲੋ ਚਾਵਲ ਪਾਉਣੇ ਆ, 4 ਕਿਲੋ ਖੰਡ ਪਾਉਣੀ ਹੈ ਅਤੇ ਇਸ ਤਰ੍ਹਾਂ 5 ਕੜਾਹੇ ਰੋਜ਼ ਕੱਢ ਕੇ ਸੰਗਤ ਨੂੰ ਵਰਤਾਉਣੇ ਆ।
ਦੇਖੋ ਇਹ ਜਿਹੜਾ ਭੰਡਾਰਾ ਚਲਾਇਆ ਸੀ ਬਾਬਾ ਉੱਤਰ ਦੇਵ ਜੀ ਨੇ, ਇਹ 4 ਦਿਨ ਖੀਰ ਦਾ ਚੱਲਿਆ ਸੀਗਾ ਤੇ 1 ਦਿਨ ਭੰਡਾਰਾ ਜਿਹੜਾ ਸੀਗਾ ਇਹ ਪ੍ਰਸ਼ਾਦਿਆਂ ਦਾ ਚੱਲਿਆ ਸੀਗਾ। ਇੱਕ ਨਾ ਭਾਈ ਹਜੂਰਾ ਸਿੰਘ ਹੋਏ ਆ, ਜਿਹੜੇ ਹਜੂਰਾ ਸਿੰਘ ਸੀਗੇ ਇਹ ਮਹਿਮਦਪੁਰ ਪਿੰਡ ਦੇ ਹੋਏ ਆ। ਇਹ ਮਹਾਂਪੁਰਖਾਂ ਦੇ ਬੜੇ ਪ੍ਰੇਮੀ ਸੀ, ਕਾਫੀ ਦੇਰ ਤੋਂ ਬਾਬਾ ਉੱਤਰ ਦੇਵ ਜੀ ਦੀ ਸੇਵਾ ਕਰਦੇ ਹੁੰਦੇ ਸੀਗੇ। ਤੇ ਦੂਸਰਾ ਭਾਈ ਹਜੂਰਾ ਸਿੰਘ ਦੇ ਵਿੱਚ ਇੱਕ ਇਹ ਗੁਣ ਹੁੰਦਾ ਸੀਗਾ ਕਿ ਇਹ ਚੋਟੀ ਦੇ ਗ੍ਰੰਥੀ ਸਿੰਘ ਸੀਗੇ। ਤੇ ਜਦੋਂ ਇਹ ਪਾਠ ਕਰਦੇ ਹੁੰਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰੋਂ, ਤੇ ਫਿਰ ਭਾਈ ਇਹਨਾਂ ਦੀ ਆਵਾਜ਼ ਜਿਹੜੀ ਸੀ ਨਾ ਇੰਨੀ ਮਿੱਠੀ ਤੇ ਸਵਾਦਲੀ ਸੀ ਤੇ ਕਈ ਕੋਹ ਤੱਕ ਸੁਣ ਸਕਦੀ ਸੀ, ਸਪੀਕਰ ਦੀ ਲੋੜ ਨਹੀਂ ਸੀ ਪੈਂਦੀ। ਪਰ ਮਹਾਂਪੁਰਖਾਂ ਨੇ ਭਾਈ ਹਜੂਰਾ ਸਿੰਘ ਨੂੰ ਜਿਹੜਾ ਸੀਗਾ ਇਹ ਕਿਹਾ ਸੀਗਾ, ਕਹਿੰਦੇ ਭਾਈ ਅਗਰ ਕੋਈ ਵੀ ਤੈਨੂੰ ਅਖੰਡ ਪਾਠ ਸਾਹਿਬ ਤੇ ਸਧਾਰਨ ਪਾਠ ਤੇ ਕੋਈ ਵੀ ਤੈਨੂੰ ਬੁਲਾਵੇ, ਜਿੱਥੇ ਵੀ ਤੇ ਪਾਠ ਕਰਨਾ ਉੱਥੇ ਭੇਡਾਂ ਨਹੀਂ ਲੈਣੀ, ਬਸ ਗੁਰੂ ਘਰ ਦਾ ਜਿਹੜਾ ਪਾਠ ਹੈਗਾ ਉਹ ਸੇਵਾ ਸਮਝ ਕੇ ਹੀ ਕਰਨਾ ਹੈਗਾ। ਤੇ ਇਹਦੀ ਬਚਨ ਦੀ ਜਿਹੜੀ ਪਾਲਣਾ ਭਾਈ ਹਜੂਰਾ ਸਿੰਘ ਕਾਫੀ ਸਮੇਂ ਤੋਂ ਕਰ ਰਹੇ ਸੀਗੇ। ਭੇਡਾਂ ਤੋਂ ਬਗੈਰ ਸਿਰਫ ਸੇਵਾ ਦਾ ਹੀ ਮੁੱਖ ਮਨੋਰਥ ਸਮਝ ਕੇ ਭਾਈ ਹਜੂਰਾ ਸਿੰਘ ਜਿਹੜੇ ਸੀ ਉਹ ਪਾਠ ਕਰਦੇ ਹੁੰਦੇ ਸੀ। ਤੇ ਇਹਨਾਂ ਦੀ ਗਰੀਬੀ ਨੂੰ ਦੇਖ ਕੇ ਫਿਰ ਮਹਾਂਪੁਰਖਾਂ ਦੇ ਮਨ ਦੇ ਵਿੱਚ ਆਇਆ ਕਿ ਭਾਈ ਹਜੂਰਾ ਸਿੰਘ ਨੂੰ ਹੁਣ ਅਸੀਂ ਉੱਚਾ ਚੱਕਣਾ ਹੈਗਾ। ਇਸ ਕਰਕੇ ਮਹਾਂਪੁਰਖਾਂ ਨੇ ਕੀ ਕੀਤਾ, ਭਾਈ ਹਜੂਰਾ ਸਿੰਘ ਦੀ ਜਿਹੜੀ ਲੜਕੀ ਸੀ ਉਹਦੀ ਇੱਕ ਸ਼ਾਦੀ ਜਿਹੜੀ ਸੀ ਨਾ ਉਹ ਮੇਹਰਨਾ ਕਲਾਂ ਕੀਤੀ। ਮੇਹਰਨਾ ਕਲਾਂ ਹਨ ਦਰਸ਼ਨ ਸਿੰਘ ਜਿਹੜੇ ਸੀਗੇ ਉਹ ਪਾਲਾ ਸਿੰਘ ਦੇ ਲੜਕੇ ਸੀਗੇ, ਉਹਦੇ ਨਾਲ ਮਹਾਂਪੁਰਖਾਂ ਨੇ ਭਾਈ ਹਜੂਰਾ ਸਿੰਘ ਦੀ ਲੜਕੀ ਦੀ ਸ਼ਾਦੀ ਕੀਤੀ। ਤੇ ਇੱਕ ਭਾਈ ਹਜੂਰਾ ਸਿੰਘ ਦਾ ਲੜਕਾ ਸੀਗਾ ਜਿਹਦਾ ਨਾਂ ਸੀ ਗੁਰਬਚਨ ਸਿੰਘ, ਇਹਦੀ ਜਿਹੜੀ ਸ਼ਾਦੀ ਸੀ ਇਹ ਮਾਂਗੇਵਾਲ ਮਹਾਂਪੁਰਖਾਂ ਨੇ ਕੀਤੀ। ਤੇ ਇਹ ਜਿਹੜਾ ਉਹ ਪਰਿਵਾਰ ਸੀਗਾ ਮਾਂਗੇਵਾਲ ਰਹਿੰਦਾ, ਉਹ ਭਾਈ ਗੋਦਾ ਸਿੰਘ ਸੀਗਾ, ਉਹਦੀ ਲੜਕੀ ਨਾਲ ਮਹਾਂਪੁਰਖਾਂ ਨੇ ਜਿਹੜੀ ਸੀ ਸ਼ਾਦੀ ਕਰ ਦਿੱਤੀ। ਜਦੋਂ ਸ਼ਾਦੀ ਕੀਤੀ ਤਾਂ ਮਹਾਂਪੁਰਖਾਂ ਨੇ ਇਸ ਦੇ ਲੜਕੇ ਦੀ ਸ਼ਾਦੀ ਕਰਨ 'ਤੇ ਕਿਹਾ, ਕਹਿੰਦੇ ਭਾਈ ਇਹ ਪੂਰਬਲੇ ਜਨਮਾਂ ਦੇ ਸੰਜੋਗ ਆ, ਤੁਸੀਂ ਹੈ ਨਾ ਰਲ ਮਿਲ ਕੇ ਘਰ ਦੇ ਵਿੱਚ ਬਹਿਣਾ ਹੈਗਾ, ਕੋਈ ਉਨੀਕੀ ਹੋਵੇ ਤੇ ਆਪਸ ਵਿੱਚ ਨਾ ਬੈਠ ਕੇ ਹੀ ਗੱਲ ਕਰਨੀ ਹੈ ਤੇ ਕੋਈ ਲੜਾਈ ਝਗੜਾ ਨਹੀਂ ਕਰਨਾ, ਕਿਉਂਕਿ ਲੜਕੀ ਦੇ ਭਾਗ ਜਿਹੜੇ ਹਨ ਬੜੇ ਵੱਡੇ ਹੈਗੇ ਆ, ਸਮਾਂ ਪਾ ਕੇ ਸਭ ਠੀਕ ਹੋ ਜਾਊਗਾ। ਪਰ ਉਸ ਟਾਈਮ ਤੱਕ ਘਰਦਿਆਂ ਨੇ ਮਹਾਂਪੁਰਖਾਂ ਦੀ ਇਹ ਗੱਲ ਸਮਝੀ ਨਹੀਂ। ਪਰ ਜਦੋਂ ਇਹ ਲੜਕੀ ਜਿਹੜੀ ਭਾਈ ਗੋਦਾ ਸਿੰਘ ਦੀ ਸੀ ਭਾਈ ਹਜੂਰਾ ਸਿੰਘ ਦੇ ਘਰ ਵਿਆਹੀ ਗਈ ਤੇ ਤਕਰੀਬਨ ਉਸ ਤੋਂ ਬਾਅਦ ਫਿਰ 12 ਸਾਲ ਹੋ ਗਏ। 12 ਸਾਲ ਇਸ ਲੜਕੀ ਦੇ ਜਿਹੜੇ ਸੀ ਕੋਈ ਔਲਾਦ ਨਹੀਂ ਹੋਈ। ਪਰ ਮਹਾਂਪੁਰਖਾਂ ਦੇ ਕਹੇ ਅਨੁਸਾਰ ਇਸ ਜਿਹੜੀ ਲੜਕੀ ਸੀ ਇਹਦੇ ਭਾਗ ਇੰਨੇ ਉੱਚੇ ਸੀਗੇ ਕਿ ਭਾਈ ਹਜੂਰਾ ਸਿੰਘ ਦੀ ਜਿਹੜੀ 80 ਬਿੱਘੇ ਜ਼ਮੀਨ ਸੀ ਇਹਨੂੰ ਵਾਪਸ ਮਿਲ ਗਈ ਤੇ ਇਹਦਾ ਕੰਮਕਾਰ ਵੀ ਠੀਕ ਹੋ ਗਿਆ। ਪਰ ਘਰ ਦੇ ਵਿੱਚ ਔਲਾਦ ਨਾ ਹੋਣ ਕਰਕੇ ਤੇ ਫਿਰ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਦ ਗੱਲਾਂ ਸ਼ੁਰੂ ਹੋ ਗਈਆਂ ਤਾਂ ਫਿਰ ਭਾਈ ਹਜੂਰਾ ਸਿੰਘ ਦੇ ਜਿਹੜੇ ਸੀਗੇ ਘਰਦਿਆਂ ਨੇ ਸਲਾਹ ਕੀਤੀ ਵੀ ਅਸੀਂ ਹੈ ਨਾ ਇਹ ਲੜਕੀ ਦਾ ਜਿਹੜਾ ਹੈ ਨਾ ਇਹ ਛੱਡ ਛਡਾਈਆ ਕਰਕੇ ਤੇ ਆਪਣੇ ਲੜਕੇ ਦਾ ਵਿਆਹ ਕਿਸੇ ਹੋਰ ਪਾਸੇ ਕਰ ਦਈਏ। ਜਦੋਂ ਇਹ ਵਿਚਾਰ ਘਰ ਦੇ ਵਿੱਚ ਚੱਲੀ ਸੀ ਫਿਰ ਉਸ ਟਾਈਮ ਜਦ ਲੜਕੀ ਦੇ ਘਰ ਸੁਨੇਹਾ ਦਿੱਤਾ ਵੀ ਇਸ ਲੜਕੀ ਨੂੰ ਕਹਿ ਦਿਓ ਵੀ ਇਹ ਜਿਹੜੇ ਨਾ ਕਾਗਜ਼ 'ਚ ਅੰਗੂਠਾ ਲਾ ਦੇਵੇ, ਅੰਗੂਠਾ ਲਾ ਕੇ ਤੇ ਅਸੀਂ ਇਹ ਲਿਖ ਦਿੰਦੇ ਹਾਂ ਵੀ ਲੜਕੀ ਜਿੱਥੇ ਮਰਜ਼ੀ ਵਿਆਹ ਕਰ ਸਕਦੀ ਆ ਤੇ ਸਾਡਾ ਲੜਕਾ ਵੀ ਜਿੱਥੇ ਮਰਜ਼ੀ ਜਿੱਥੇ ਸਾਡਾ ਸੰਬੰਧ ਬਣਦਾ ਸੀ ਵਿਆਹ ਕਰ ਸਕਦੇ ਹਾਂ। ਜਦ ਇਹ ਗੱਲਬਾਤ ਤੋਰੀ ਸੀਗੀ ਤੇ ਉਸ ਟਾਈਮ ਫਿਰ ਮਹਾਂਪੁਰਖਾਂ ਦੇ ਪਾਸ ਜਿਹੜੇ ਸੀਗੇ ਭਾਈ ਗੋਦਾ ਸਿੰਘ ਗਏ ਆ। ਜਦ ਗੋਦਾ ਸਿੰਘ ਗਏ ਤੇ ਫਿਰ ਮਹਾਂਪੁਰਖਾਂ ਨੇ ਜਿਹੜੀ ਸੀ ਇਹ ਗੱਲ ਕਹਿ ਦਿੱਤੀ ਸੀ, ਕਹਿੰਦੇ ਭਾਈ ਵੀ ਗੱਲ ਇੱਕ ਹੈਗੀ ਆ, ਸੰਜੋਗ ਤੇ ਵਿਜੋਗ ਉਹ ਮਾਲਕ ਦੇ ਹੱਥ ਵਿੱਚ ਵਾ। ਅਗਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਬਣਦੀ ਆ ਤੇ ਫਿਰ ਭਾਈ ਤੁਸੀਂ ਕਾਹਲੀ ਨਾ ਕਰੋ, ਕਿਉਂਕਿ ਇਹ ਲੜਕੀ ਦੇ ਭਾਗ ਚੰਗੇ ਆ, ਸਮਾਂ ਆਊਗਾ, ਸਮਾਂ ਆ ਕੇ ਸਾਰਾ ਜਿਹੜਾ ਨਾ ਕੁਛ ਬਦਲ ਜਾਊਗਾ। ਜਦੋਂ ਬਾਬਾ ਜੀ ਨੇ ਇਹ ਸਮਝਾਇਆ ਇਸ ਪਰਿਵਾਰ ਨੂੰ, ਪਰ ਭਾਈ ਹਜੂਰਾ ਸਿੰਘ ਦਾ ਜਿਹੜਾ ਪਰਿਵਾਰ ਸੀਗਾ ਕੁਛ ਟਾਈਮ ਤੱਕ ਚੁੱਪ ਰਿਹਾ। ਉਸ ਤੋਂ ਬਾਅਦ ਫਿਰ ਘਰ ਦੇ ਵਿੱਚ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਤੇ ਫਿਰ ਉਹਨੇ ਲੜਕੀ ਪਰਿਵਾਰ 'ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਲੜਕੀ ਨੂੰ ਕਹੋ ਵੀ ਅੰਗੂਠਾ ਲਾ ਦੇਵੇ ਤੇ ਬਸ ਅਸੀਂ ਆਪਣੇ ਲੜਕੇ ਦੀ ਸ਼ਾਦੀ ਕਿਤੇ ਹੋਰ ਕਰਨੀ ਤੇ ਲੜਕੀ ਜਿੱਥੇ ਮਰਜ਼ੀ ਵਿਆਹ ਕਰਾ ਲਵੇ। ਜਦ ਇਹ ਗੱਲ ਜਿਹੜੀ ਸੀ ਦੁਬਾਰਾ ਜ਼ੋਰ ਪਾ ਕੇ ਉਹਨੂੰ ਘਰਦਿਆਂ ਨੇ ਕਹੀ ਤੇ ਫਿਰ ਭਾਈ ਗੋਦਾ ਸਿੰਘ ਦਾ ਇੱਕ ਲੜਕਾ ਸੀ ਜਿਹਦਾ ਨਾਂ ਸੀ ਬੰਤਾ ਸਿੰਘ। ਫਿਰ ਬੰਤਾ ਸਿੰਘ ਇੱਕ ਮਿਸਤਰੀ ਭਾਈ ਹਰਨਾਮ ਸਿੰਘ ਹੋਇਆ, ਉਹਨਾਂ ਨੂੰ ਲੈ ਕੇ ਨਾ ਸੰਤਾਂ ਦੇ ਪਾਸ ਚਲੇ ਗਿਆ ਤੇ ਜਾ ਕੇ ਜਿਹੜੀ ਸੀਗੀ ਇਸ ਹਜੂਰਾ ਸਿੰਘ ਦੇ ਘਰ ਦੀ ਜਿਹੜੀ ਸਾਰੀ ਗੱਲ ਸੀ ਮਹਾਂਪੁਰਖਾਂ ਨੂੰ ਦੱਸ ਦਿੱਤੀ। ਜਦ ਬਾਬਾ ਉੱਤਰ ਜੀਵਨ ਦਿੱਤੀ ਤੇ ਫਿਰ ਬਾਬਾ ਉੱਤਰ ਦੇਵ ਜੀ ਕਹਿਣ ਲੱਗੇ, ਕਹਿੰਦੇ ਚੰਗਾ ਭਾਈ, ਅਗਰ ਉਹਨਾਂ ਦੀ ਇਹੋ ਹੀ ਗੱਲ ਵਾਸਤੇ ਤੁਸੀਂ ਇਸ ਤਰ੍ਹਾਂ ਕਰਿਓ, ਤੁਸੀਂ ਹੈ ਨਾ ਲੜਕੀ ਦਾ ਅੰਗੂਠਾ ਜਿਹੜਾ ਸੀਗਾ ਉਹ ਲਵਾ ਦਿਓ ਤੇ ਪਰ ਇੱਕ ਚੀਜ਼ ਦਾ ਖਿਆਲ ਰੱਖਣਾ ਵੀ ਲੜਕੀ ਦਾ ਕੋਈ ਵੀ ਸਮਾਨ ਹੈ ਨਾ ਭਾਈ ਹਜੂਰਾ ਸਿੰਘ ਦੇ ਘਰੋਂ ਤੁਸੀਂ ਨਹੀਂ ਚੱਕਣਾ ਤੇ ਅਸੀਂ ਇਸ ਲੜਕੀ ਦੀ ਸ਼ਾਦੀ ਜਿਹੜੀ ਹੈ ਨਾ ਦੇਖਦੇ ਹਾਂ ਕਿਸੇ ਹੋਰ ਪਾਸੇ ਕਰਾ ਦਿੰਦੇ ਹਾਂ। ਦੇਖੋ ਜਦ ਮਹਾਂਪੁਰਖਾਂ ਨੇ ਇਹ ਗੱਲ ਕਹੀ ਤੇ ਭਾਈ ਗੋਦਾ ਸਿੰਘ ਦੇ ਪਰਿਵਾਰ ਨੇ ਜਿਹੜੀ ਸੀ ਉਹ ਲੜਕੀ ਦਾ ਅੰਗੂਠਾ ਭਾਈ ਹਜੂਰਾ ਸਿੰਘ ਦੇ ਪਰਿਵਾਰ ਤੋਂ ਲਵਾ ਲਿਆ ਤੇ ਲੜਕੀ ਘਰ ਆ ਗਈ। ਤੇ ਮਹਾਂਪੁਰਖਾਂ ਨੇ ਫਿਰ ਜਦ ਲੜਕੀ ਘਰ ਆਈ ਤੇ 8 ਦਿਨਾਂ ਬਾਅਦ ਲੜਕੀ ਦਾ ਜਿਹੜਾ ਰਿਸ਼ਤਾ ਸੀਗਾ ਕੋਈ ਇੱਕ ਲੋੜਵੰਦ ਘਰ ਸੀਗਾ ਤੇ ਕਾਫੀ ਤਗੜਾ ਸੀਗਾ, ਉੱਥੇ ਕਰ ਦਿੱਤਾ। ਜਦ ਉੱਥੇ ਕਰਤਾ ਉਸ ਤੋਂ ਬਾਅਦ ਦੇਖੋ ਇਸ ਲੜਕੀ 'ਤੇ ਐਸੀ ਕਿਰਪਾ ਹੋਈ ਆ, ਸਾਲ ਬਾਅਦ ਇਹਦੇ ਲੜਕਾ ਹੋ ਗਿਆ। ਇਸ ਤੋਂ ਬਾਅਦ ਫਿਰ ਜਿਹੜੇ ਸੀਗੇ
ਹੌਲੀ ਹੌਲੀ ਕਰਦੇ ਕਰਦੇ ਤਕਰੀਬਨ ਇਹਦੇ ਫਿਰ 7 ਲੜਕੇ ਹੋਏ ਆ। ਜਦ ਇਸ ਲੜਕੀ ਦੇ 7 ਲੜਕੇ ਹੋਏ ਤੇ ਇਹਦੇ ਭਾਗ ਉੱਤਮ ਦੇਖ ਕੇ ਤੇ ਇੱਧਰੋਂ ਫਿਰ ਭਾਈ ਹਜੂਰਾ ਸਿੰਘ ਨੇ ਆਪਣੇ ਲੜਕੇ ਦਾ ਵੀ ਵਿਆਹ ਜਿਹੜਾ ਇਹ ਹੜੀਕੇ ਪਿੰਡ ਕਰ ਦਿੱਤਾ ਸੀਗਾ। ਜਦ ਉੱਥੇ ਕੀਤਾ ਤਾਂ ਉੱਥੇ ਦੀ ਇੱਕ ਲੜਕੀ ਜਿਹੜੀ ਦਲੀਪ ਕੌਰ ਸੀ, ਜਦ ਉਹ ਵਿਆਹੀ ਗਈ ਤਾਂ ਸਭ ਤੋਂ ਪਹਿਲਾਂ ਉਹਦੇ ਇੱਕ ਬੱਚੀ ਹੋਈ ਸੀ। ਜਦ ਬੱਚੀ ਹੋਈ ਤਾਂ ਜਿਹੜੀ ਦਲੀਪ ਕੌਰ ਸੀ ਇਹ ਬਿਮਾਰ ਹੋ ਗਈ ਬੱਚੀ ਤੋਂ ਬਾਅਦ। ਜਦ ਬਿਮਾਰ ਹੋਈ ਆ ਤੇ ਇਹਨਾਂ ਦੇ ਹਜੂਰਾ ਸਿੰਘ ਦੇ ਪਰਿਵਾਰ ਨੇ ਇਹਦਾ ਜਿਹੜਾ ਸੀਗਾ ਕਈਆਂ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਆਰਾਮ ਨਹੀਂ ਆਇਆ। ਮੁੜ ਕੇ ਫਿਰ ਬਾਬਾ ਉਤਰਜੀਤ ਦੇ ਪਾਸ ਆਏ। ਫਿਰ ਬਾਬਾ ਉਤਰਜੀਤ ਨੇ ਕਿਹਾ, ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ, ਡੇਰੇ ਸਾਹਿਬ ਜਾ ਕੇ ਹੈ ਨਾ ਦਲੀਪ ਕੌਰ ਦਾ ਇਸ਼ਨਾਨ ਕਰਾ ਦਿਓ ਅਤੇ ਇਸ਼ਨਾਨ ਕਰਾਉਣ ਤੋਂ ਬਾਅਦ ਸਭ ਠੀਕ ਹੋ ਜਾਊਗਾ। ਜਦੋਂ ਮਹਾਂਪੁਰਖਾਂ ਨੇ ਇਸ ਤਰ੍ਹਾਂ ਜਿਹੜਾ ਸੀ ਇਸ ਪਰਿਵਾਰ ਨੂੰ ਦੱਸਿਆ, ਇਹ ਪਰਿਵਾਰ ਜਿਹੜਾ ਸੀਗਾ ਡੇਰੇ ਸਾਹਿਬ ਗਿਆ, ਉੱਥੇ ਲੜਕੀ ਦਾ ਇਸ਼ਨਾਨ ਕਰਾਇਆ, ਲੜਕੀ ਠੀਕ ਹੋ ਗਈ। ਉਸ ਤੋਂ ਬਾਅਦ ਫਿਰ ਇਹਨੇ ਹੈ ਨਾ ਇੱਕ ਲੜਕੇ ਨੂੰ ਜਨਮ ਦੇ ਦਿੱਤਾ। ਜਦ ਲੜਕੇ ਨੂੰ ਜਨਮ ਦਿੱਤਾ ਅਤੇ ਮਹਾਂਪੁਰਖਾਂ ਨੇ ਜਿਹੜਾ ਸੀਗਾ ਇਹ ਬਚਨ ਕੀਤਾ, ਕਹਿੰਦੇ ਭਾਈ ਹਜੂਰਾ ਸਿੰਘ ਅਸੀਂ ਤੇਰੇ ਪੋਤੇ ਨੂੰ ਹੈ ਨਾ ਅਮਰੀਕਾ 'ਚੋਂ ਲੈ ਕੇ ਆਏ ਹਾਂ। ਜਦ ਇਹ ਗੱਲ ਮਹਾਂਪੁਰਖਾਂ ਨੇ ਦੱਸੀ ਤੀ ਤਾਂ ਭਾਈ ਹਜੂਰਾ ਸਿੰਘ ਜਿਹੜੇ ਚੁੱਪ ਕਰ ਗਏ। ਪਰ ਇਹਦੀ ਨੂੰਹ ਦਲੀਪ ਕੌਰ ਨੇ ਹੱਥੀਂ ਭੋਜਨ ਜਿਹੜਾ ਸੀਗਾ ਉਹ ਬਣਾ ਕੇ ਆਪਣੀ ਸੱਸ ਦੇ ਕੋਲ ਮਹਾਂਪੁਰਖਾਂ ਦੇ ਪਾਸ ਭੇਜਿਆ। ਜਦੋਂ ਬਾਬਾ ਉਤਰਦੇਵ ਜੀ ਭੋਜਨ ਛਕਣ ਲੱਗੇ ਤਾਂ ਫਿਰ ਇਹਦੀ ਸੱਸ ਨੂੰ ਪੁੱਛਣ ਲੱਗੇ ਦਲੀਪ ਕੌਰ ਦੀ ਵੀ ਭੋਜਨ ਕਿਹਨੇ ਬਣਾਇਆ, ਅਤੇ ਫਿਰ ਇਹਦੀ ਸੱਸ ਨੇ ਕਿਹਾ ਕਿ ਮੇਰੀ ਨੂੰਹ ਦਲੀਪ ਕੌਰ ਨੇ ਬਣਾਇਆ ਹੈ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਉਹਦਾ ਭੋਜਨ ਬੜਾ ਸਵਾਦ ਆ। ਅਤੇ ਭੋਜਨ ਛਕਣ ਤੋਂ ਬਾਅਦ ਮਹਾਂਪੁਰਖਾਂ ਨੇ 1 ਰੁਪਈਆ ਜਿਹੜਾ ਸੀਗਾ ਦਲੀਪ ਕੌਰ ਨੂੰ ਖਜ਼ਾਨੇ ਵਜੋਂ ਬਖਸ਼ਿਆ ਸੀਗਾ। ਉਸ ਤੋਂ ਬਾਅਦ ਦੇਖੋ ਇਸ ਦਲੀਪ ਕੌਰ ਦੇ ਫਿਰ ਲੜਕਾ ਹੋਇਆ। ਪਰ ਜਦੋਂ ਇਹ ਲੜਕਾ ਹੋਇਆ ਸੀਗਾ ਉਸ ਤੋਂ ਬਾਅਦ ਲੜਕੇ ਦੀ ਫਿਰ ਮੌਤ ਹੋ ਗਈ। ਜਦ ਮੌਤ ਹੋ ਗਈ ਫਿਰ ਇਹ ਦਲੀਪ ਕੌਰ ਦੁਬਾਰਾ ਫਿਰ ਜਿਹੜੀ ਸੀ ਉਦਾਸੀ 'ਚ ਚਲੇ ਗਏ। ਜਦ ਉਦਾਸੀ ਚਲੇ ਗਏ ਫਿਰ ਮਹਾਂਪੁਰਖਾਂ ਨੇ ਸੁਪਨੇ ਵਿੱਚ ਫਿਰ ਇਹਨੂੰ ਹੌਸਲਾ ਦਿੱਤਾ। ਉਸ ਤੋਂ ਬਾਅਦ ਫਿਰ ਜਿਹੜੀ ਦਲੀਪ ਕੌਰ ਸੀ ਇਹਦਾ ਮਨ ਫਿਰ ਵੱਧ ਗਿਆ। ਫਿਰ ਮਹਾਂਪੁਰਖਾਂ ਦੀ ਸੇਵਾ ਕਰਨ ਲੱਗੀ। ਫਿਰ ਇੱਕ ਲੜਕਾ ਹੋਇਆ। ਜਦ ਲੜਕਾ ਹੋਇਆ ਤਾਂ ਇਹ ਦਲੀਪ ਕੌਰ ਨੇ ਉਸ ਲੜਕੇ ਦਾ ਨਾਂ ਹੈ ਨਾ ਸਤਿਗੁਰ ਸਿੰਘ ਰੱਖਿਆ। ਜਦ ਸਤਿਗੁਰ ਸਿੰਘ ਰੱਖਿਆ ਅਤੇ ਘਰ ਦੇ ਸਾਰੇ ਪਰਿਵਾਰ ਨੇ ਉਹ ਲੜਕੇ ਦਾ ਨਾਂ ਅਮਨ ਸਿੰਘ ਰੱਖ ਦਿੱਤਾ। ਜਦ ਅਮਨ ਸਿੰਘ ਰੱਖਿਆ ਅਤੇ ਇਸ ਕਰਕੇ ਦੋਵਾਂ ਨਾਵਾਂ ਦਾ ਜਿਹੜਾ ਘਰ ਦੇ ਵਿੱਚ ਥੋੜ੍ਹਾ ਤਕਰਾਰ ਹੋਇਆ ਤਾਂ ਹਜੂਰਾ ਸਿੰਘ ਜਿਹੜਾ ਸੀਗਾ ਬਾਬਾ ਜੀ ਦੇ ਪਾਸ ਪਹੁੰਚਿਆ ਅਤੇ ਬਾਬਾ ਜੀ ਨੂੰ ਦੱਸਿਆ ਕਿ ਦਲੀਪ ਕੌਰ ਨੇ ਆਪਣੀ ਮਰਜ਼ੀ ਨਾਲ ਲੜਕੇ ਦਾ ਨਾਂ ਸਤਿਗੁਰ ਸਿੰਘ ਰੱਖ ਦਿੱਤਾ, ਘਰਦਿਆਂ ਨੇ ਅਮਨ ਸਿੰਘ ਰੱਖਿਆ। ਅਤੇ ਫਿਰ ਬਾਬਾ ਜੀ ਹੱਸ ਕੇ ਕਹਿਣ ਲੱਗੇ, ਚਲੋ ਨਾ ਦਲੀਪ ਕੌਰ ਦੀ ਮੰਨੋ ਨਾ ਘਰ ਦੀ ਮੰਨੋ, ਤੁਸੀਂ ਇਸ ਤਰ੍ਹਾਂ ਕਰੋ ਲੜਕੇ ਦਾ ਨਾਂ ਨਾ ਪਹਿਲਵਾਨ ਸਿੰਘ ਰੱਖ ਦਿਓ। ਦੇਖੋ ਜੀ ਲੜਕੇ ਦਾ ਨਾਂ ਫਿਰ ਪਹਿਲਵਾਨ ਸਿੰਘ ਰੱਖ ਦਿੱਤਾ ਅਤੇ ਮਹਾਂਪੁਰਖਾਂ ਦੀ ਅਸੀਸ ਦੇ ਨਾਲ ਲੜਕੇ ਜਿਹੜੀ ਦੀਰਘ ਆਜੂ ਅਤੇ ਲੰਮੀ ਉਮਰ ਦਾ ਜੋ ਅਸੀਸ ਆ ਮਹਾਂਪੁਰਖਾਂ ਨੇ ਦੇ ਦਿੱਤੀ। ਉਸ ਤੋਂ ਬਾਅਦ ਫਿਰ ਇੱਕ ਵਾਰ ਹੈ ਨਾ ਦਲੀਪ ਕੌਰ ਦੇ ਕੰਨ ਦੇ ਵਿੱਚ ਦਰਦ ਹੋਇਆ। ਜਦ ਦਰਦ ਹੋਇਆ ਇਹ ਘਰਦਿਆਂ ਨੇ ਜਿਹੜੀਆਂ ਕਈਆਂ ਦਵਾਈਆਂ ਲਈਆਂ, ਆਰਾਮ ਨਹੀਂ ਆਇਆ। ਫਿਰ ਮਹਾਂਪੁਰਖਾਂ ਦੇ ਪਾਸ ਗਏ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਦਵਾਈਆਂ ਦੀ ਕੀ ਲੋੜ ਸੀ, ਇਸ ਕੰਨ ਨੂੰ ਹੈ ਨਾ ਰੋਜ਼ ਠੰਡੇ ਪਾਣੀ ਨਾਲ ਧੋਇਆ ਕਰ। ਦੇਖੋ ਜਦੋਂ ਕੰਨ ਨੂੰ ਠੰਡੇ ਪਾਣੀ ਨਾਲ ਧੋਤਾ ਅਤੇ ਫਿਰ ਦਲੀਪ ਕੌਰ ਨੂੰ ਕੰਨ ਦੇ ਵਿੱਚ ਜਿਹੜਾ ਆਰਾਮ ਆ ਗਿਆ। ਉਸ ਤੋਂ ਬਾਅਦ ਦਲੀਪ ਕੌਰ ਦਾ ਇੱਕ ਲੜਕਾ ਸੀ ਜਿਹਦਾ ਨਾਂ ਸਤਵਿੰਦਰ ਸਿੰਘ ਸੀ। ਉਹਦੇ ਪੇਟ ਵਿੱਚ ਵੀ ਜਦੋਂ ਦਰਦ ਹੋਈ ਤਾਂ ਫਿਰ ਜਿਹੜੇ ਸੀ ਇਹ ਆਪਣੇ ਬੱਚੇ ਨੂੰ ਮਹਾਂਪੁਰਖਾਂ ਦੇ ਪਾਸ ਲੈ ਕੇ ਆਏ। ਜਦ ਬਾਬਾ ਜੀ ਦੇ ਪਾਸ ਲਾਏ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਸਤਵਿੰਦਰ ਸਿੰਘ ਲੜਕੇ ਨੂੰ ਤੁਸੀਂ ਰੋਜ਼ ਹੈ ਨਾ ਪਹਿਲੀ ਪੌੜੀ ਦਾ ਪਾਠ ਸੁਣਾਵੋ। ਜਦੋਂ ਘਰਦਿਆਂ ਨੇ ਉਹਨੂੰ ਪਹਿਲੀ ਪੌੜੀ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ, ਉਹ ਵੀ ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ ਦਲੀਪ ਕੌਰ ਦਾ ਘਰ ਵਾਲਾ ਗੁਰਬਚਨ ਸਿੰਘ ਇੱਕ ਵਾਰੀ ਬਿਮਾਰ ਹੋਇਆ ਸੀ। ਫਿਰ ਮਹਾਂਪੁਰਖਾਂ ਦੇ ਪਾਸ ਹੈ ਜਦੋਂ ਚਾਰੇ ਪਾਸੇ ਡਾਕਟਰਾਂ ਨੇ ਜਵਾਬ ਦਿੱਤਾ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਵੀ ਇੱਦਾਂ ਕਰ, ਤੂੰ ਆਪਣੇ ਖੂਹ ਦੇ ਵਿੱਚ ਹੈ ਨਾ ਰੋਜ਼ 15 ਵਾਰੀ ਇਸ਼ਨਾਨ ਕਰਕੇ ਆਹ ਪਾਠ ਕਰਨਾ ਹੈ। ਜਦ ਮਹਾਂਪੁਰਖਾਂ ਨੇ ਜਿਹੜਾ ਸੀਗਾ ਉਸ ਨੂੰ ਇੱਕ ਪਾਠ ਸਰਵਣ ਕਰਨ ਵਾਸਤੇ ਦਿੱਤਾ ਅਤੇ ਇਹਨੇ ਫਿਰ ਇੱਕ ਦਿਨ ਦੇ ਵਿੱਚ 15 ਵਾਰ ਖੂਹ 'ਤੇ ਇਸ਼ਨਾਨ ਕੀਤਾ ਅਤੇ ਚੌਂਗੜਾ ਲਾ ਕੇ ਪਾਠ ਕੀਤਾ। ਉਸ ਤੋਂ ਬਾਅਦ ਫਿਰ ਜਿਹੜਾ ਸੀ ਇਹ ਵੀ ਠੀਕ ਹੋ ਗਿਆ ਸੀਗਾ। ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਭਾਈ ਹਜੂਰਾ ਸਿੰਘ ਦੇ ਪਰਿਵਾਰ ਦੇ ਉੱਤੇ ਬੜੀ ਕਿਰਪਾ ਕੀਤੀ ਸੀ। ਇਸ ਤਰ੍ਹਾਂ ਨਾਲ ਇੱਕ ਹੈ ਨਾ ਭਾਈ ਬੰਤਾ ਸਿੰਘ ਹੋਏ ਆ। ਇਹ ਜਿਹੜੇ ਬੰਤਾ ਸਿੰਘ ਸੀ ਇਹ ਪਿਤਾ ਇਹਨਾਂ ਦੇ ਕਰਨੈਲ ਸਿੰਘ ਸੀ। ਪਿੰਡ ਇਹਨਾਂ ਦਾ ਜਿਹੜਾ ਸੀਗਾ ਇਹ ਈਨਾ ਬਾਜਵਾ ਸੀਗਾ। ਇੱਕ ਵਾਰ ਹੈ ਨਾ ਬੰਤਾ ਸਿੰਘ ਬਿਮਾਰ ਹੋ ਗਏ। ਜਦ ਭਾਈ ਬੰਤਾ ਸਿੰਘ ਬਿਮਾਰ ਹੋ ਗਏ ਅਤੇ ਇਸ ਪਰਿਵਾਰ ਨੇ ਜਿਹੜਾ ਸੀਗਾ ਉਹ ਕਈਆਂ ਤੋਂ ਦਵਾਈਆਂ ਲਈਆਂ ਪਰ ਆਰਾਮ ਨਹੀਂ ਆਇਆ। ਅਤੇ ਭਾਈ ਬੰਤਾ ਸਿੰਘ ਨੂੰ ਕਿਸੇ ਨੇ ਮਹਿਮਾ ਦੱਸੀ ਸੰਤ ਬਾਬਾ ਉਤਰਦੇਵ ਜੀ ਦੀ। ਪਰ ਉਸ ਟਾਈਮ ਭਾਈ ਬੰਤਾ ਸਿੰਘ ਇੰਨੇ ਬਿਮਾਰ ਹੋ ਗਏ ਸੀਗਾ ਅਤੇ ਇਹਨਾਂ ਨੇ ਘਰਦਿਆਂ ਨੂੰ ਕਹਿ ਦਿੱਤਾ ਸੀਗਾ ਕਿ ਮੈਂ ਬਚਣਾ ਨਹੀਂ ਆ, ਤੁਸੀਂ ਮੈਨੂੰ ਘਰ ਲੈ ਜਾਓ। ਪਰ ਜਦੋਂ ਕਿਸੇ ਨੇ ਮਹਾਂਪੁਰਖਾਂ ਦੀ ਮਹਿਮਾ ਦੱਸੀ ਸੀ ਭਾਈ ਬੰਤਾ ਸਿੰਘ ਨੇ ਘਰ ਹੀ ਬੈਠੇ ਅਰਦਾਸ ਜਿਹੜੀ ਮਹਾਂਪੁਰਖਾਂ ਦੇ ਚਰਨਾਂ 'ਚ ਕੀਤੀ ਸੀ। ਜਦ ਅਰਦਾਸ ਕੀਤੀ ਸੀ ਉਸ ਤੋਂ ਬਾਅਦ ਫਿਰ ਭਾਈ ਬੰਤਾ ਸਿੰਘ ਜਿਹੜੇ ਸੀ ਇਹ ਠੀਕ ਹੋਣ ਲੱਗ ਪਏ ਸੀ। ਜਦ ਠੀਕ ਹੋਣ ਲੱਗ ਪਏ ਅਤੇ ਇਹ ਥੋੜ੍ਹੇ ਦਿਨ ਬਾਅਦ ਤੁਰਨ ਫਿਰਨ ਲੱਗ ਪਏ। ਮਨ 'ਚ ਆਈ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲੀਏ। ਇਹ ਜਦੋਂ ਹੈ ਨਾ ਬਾਬਾ ਉਤਰਦੇਵ ਜੀ ਦੇ ਦਰਸ਼ਨ ਕਰਨ ਗਏ ਭਾਈ ਬੰਤਾ ਸਿੰਘ ਜੀ, ਅਤੇ ਇਹਨੇ ਜਾ ਕੇ ਜਦੋਂ ਮੱਥਾ ਟੇਕਿਆ ਅਤੇ ਮਹਾਂਪੁਰਖਾਂ ਨੇ ਇਹਦੇ ਵੱਲ ਦੇਖ ਕੇ ਹੈ ਨਾ ਇਹਦੇ ਥੋੜ੍ਹੀਆਂ ਕੁੱਤਕ ਧਾਰੀਆਂ ਕੱਢੀਆਂ। ਜਦ ਥੋੜ੍ਹੀ ਕੁੱਤਕ ਧਾਰੀਆਂ ਦੇ ਸਰੀਰ 'ਤੇ ਕੱਢੀਆਂ ਅਤੇ ਇਹ ਬਿਲਕੁਲ ਠੀਕ ਹੋ ਗਿਆ।
जब ठीक हो गया तो भाई ਬੰਤਾ ਸਿੰਘ ਨੂੰ ਨਾ ਮਹਾਂਪੁਰਖਾਂ ਦੇ ਪੂਰਨ ਭਰੋਸਾ ਹੋ ਗਿਆ। जब पूर्ण भरोसा हो गया तो सेवा करन आउण लग पिया। एक दिन ना महापुरखा ने भाई ਬੰਤਾ ਸਿੰਘ ਨੂੰ कहन लगे, कहते भाई एक बचन अगर करिए तेरे नाल तो की तू मनूगा? तो भाई ਬੰਤਾ ਸਿੰਘ कहन लगे, महापुरख हुक्म करो, मैनू की करना है? तो बाबा जी कहन लगे, कहते भाई आ जिहड़ी तेरी 6 किले जमीन आ ना, ये 6 किले जमीन तू लाभ सिंह दे पिता भाग सिंह हुणां नूं है ना बैग कर दे। तो पर उन्हां नूं एक चीज़ देखना कि उन्हां नूं है ना पैसों का नहीं कहना, पैसे नहीं पुछने, पैसों का असीं आप ही हिसाब देख लवांगे। जब बाबा जी ने कहा तो फिर ਬੰਤਾ ਸਿੰਘ ने 7 वजन करके 6 किले जमीन लाभ सिंह ते भाग सिंह हुणां नूं बैग कर दी। जब बैग की जद उस तो बाद फिर लाभ सिंह ते भाग सिंह हुणां ने ਬੰਤਾ ਸਿੰਘ नूं पैसे पुछे तो ਬੰਤਾ ਸਿੰਘ कहन लगे कि मैनूं इहदे बारे पता नहीं, ये तो महापुरख जानन। इस वास्ते जिहड़ी गलबात सी भाई लाभ सिंह हुणां दी सिद्धी फिर बाबा जी दे नाल हो गई। देखो महापुरखां ने ऐसी कृपा कीती सी फिर ਬੰਤਾ ਸਿੰਘ ਨੂੰ फिर इसे जमीन बदले सारे पदार्थ दिते सी। इन्ने खुश होए सी महापुरखां ने। ਇੱਥੋਂ ਤੱਕ ਭਾਈ ਬੰਤਾ ਸਿੰਘ ਦੱਸਦੇ ਆ ਕਿ ਮੇਰਾ ਬਚਣ ਦਾ ਕੋਈ ਚਾਂਸ ਨਹੀਂ ਸੀਗੀ ਤੇ ਮਹਾਂਪੁਰਖਾਂ ਨੇ ਜਿਹੜੀ ਜ਼ਮੀਨ ਸੀ ਬੈਅ ਕਰਾਉਣ ਤੋਂ ਬਾਅਦ ਮੈਨੂੰ ਪੂਰਨ ਜ਼ਿੰਦਗੀ ਬਖਸ਼ੀ ਆ। ਇੱਕ ਵਾਰ ਇੱਦਾਂ ਨਾ ਮਹਾਂਪੁਰਖ ਬਾਬਾ ਉੱਤਰ ਦੇਵ ਜੀ ਆਪਣੇ ਬੜੇ ਆਨੰਦ ਮੌਜ ਵਿੱਚ ਬੈਠੇ ਸੀਗੇ ਤੇ ਇੱਕ ਭਾਈ ਦੀਵਾਨ ਸਿੰਘ ਤੇ ਗੁਰਦੇਵ ਸਿੰਘ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। जब दर्शन करने आए तो इन्होंने आके जो मत्था टेकिया तो बाबा जी कहने लगे कि मेरी तबीयत कुछ ठीक नहीं है, इस करके तुसीं है ना आपस में जी गलबात करनी आपस में ही कर लो। जब इन्नी गल हुई तो बाबा जी चुप कर गए। उस तो बाद फिर भाई ਦੀਵਾਨ ਸਿੰਘ ਤੇ ਗੁਰਦੇਵ ਸਿੰਘ हुणां ने आपस में गल्लां करनियां शुरू कीतियां। गल्लां करदियां करदियां तकरीबन शाम के 4 बजे का टाइम सीगा ते सामने ना कपाह दा खेत सी ते भाई ਦੀਵਾਨ ਸਿੰਘ ਜਿਹੜੇ ਸੀ ਗੁਰਦੇਵ ਸਿੰਘ ਨੂੰ ਕਹਿਣ ਲੱਗੇ, ਕਹਿੰਦੇ देख भाई इस वक्त जी ना कपाह हैगी आ मक्के चली जाती है, क्योंकि जब सूरज डुबदा हैगा तो कपाह दी जिहड़ियां बूटियां थल्ले नहीं झुक जांदियां ते कहंदे भी इस टाइम जी कपाह मक्के चली जाती। जब इन्नी गल हुई तो गुरदेव सिंह कहण लगा, कहंदा भी ये कित्थे लिखिआ कपाह मक्के नूं चली जाती है, मैं तो कदी पढ़िया नहीं, तू इन्ना झूठ बोली जांदा है। ये आपस विच हजे इस तरह दी गल्लां ही करदे सीगे ते महापुरख जिहड़ी सी इन्हां गल्लां नूं सुणदे अखीर कहण लगे, कहंदे भाई भी जो ये गल कह रहा हैगा भी इस टाइम कपाह मक्के जाती आ, ये रब ही दे मूँहों कढवा रहा हैगा। जब इन्नी गल हुई फिर दोने चुप कर गए। उस तो बाद देखो करिश्मा ऐसा होया उन्हां टाइमां 'च मींह बड़े पे। जब मींह पए बड़ी मौली धर बरखा हुई, क्योंकि आम जिहड़े लोकां दे घर कच्चे हुंदे सीगे, इस करके कईयां दीयां जिहड़ियां नीआं थल्ले बैठण लग पईयां, कईयां दे घर डिग पए ते जिहड़ा समान सी सामਣਾ औखा हो गया। तो जी माड़ी मोटी घरां दे विच कपाह सीगी वो मींह पैण दे नाल कई दिन जी गिल्ली हो के जिहड़े पूरी तरह वो गल गई। जद गल गई उस तो बाद देखो हौली हौली जी मींह पैणे बंद हो गए। जब मींह पैणे बंद होए तो उस तो बाद फिर सरकारां ने जिन्हां दे घर ढिੱਠੇ सी उन्हां नूं माली मदद दित्ती, पर जिन्हां नूं माली मदद नहीं दित्ती उन्हां ने बाबा उत्तरदेव जी के पास आके बेनती की कि सानूं जिहड़े सरकारी पैसे नहीं मिले मदद वास्ते। इस करके महापुरखां ने जिहड़े महापुरखां दे कोई धड़ल्लेदार आदमी सी, अमीर आदमी सी, महापुरखां नूं बेनती की कि तुसीं है ना इन्हां दी इस समय सहायता करके इन्हां दे मकान खड़े करा दिओ। सो देखो बाबा जी की जिहड़ी सेवकी सी उन्हां दे जिहड़े सेवादार सी उन्हां ने महापुरखां दा हुक्म मन के कईयां गरीबां दी मदद करके उन्हां दे मकान बनाउण विच उन्हां दी मदद कीती। जब मदद की फिर जिहड़े सी लोकी फिर सुखी बसन लग पे। उस तो बाद फिर महापुरखां ने जिहड़े सी भाई ਦੀਵਾਨ ਸਿੰਘ ते करनैल सिंह नूं कहता, कहंदे भाई तुसीं एक बार साडे कोल आए सी कपाह दी गल कीती सी भी कपाह मक्के चली जाती है, वाਕਿਆ तुसीं देख लिया भी किन्ने दिन मींह पए आ, लोकां दीयां घरां दीयां जिहड़ियां कपाहां घर 'च पईयां सी सारियां गल के पानी नाल रुड़ गईयां ते वाਕਿਆ कपाह जिहड़ी ओह मक्के चले गई आ। जद ये गल महापुरखां ने दसी सी उस तो बाद भाई ਦੀਵਾਨ ਸਿੰਘ ਤੇ ਗੁਰਦੇਵ ਸਿੰਘ महापुरखां ਦਾ जानी कि ये जो अगमी कौतक ਸੀਗਾ जो होया ਸੀਗਾ ਜਿਹਦੇ ਕਰਕੇ महापुरख चुप ਸੀਗੇ ਤੇ ਇਹ ਦੇਖ ਕੇ ਜਿਹੜੇ ਸੀਗੇ बड़े हैरान होए। सो दास इन्ने ही बचन करदा होया खिमा दा जाचक आ जी होइयां बेअंत भुल्लां चुकां दी खिमा बख्शणी सो फतेह बुलाओ। वाहिगुरू जी का खालसा वाहिगुरू जी की फतेह।